ਸਾਡੀ ਇਹ ਖਬਰ ਸਪਾਂਸਰਡ ਹੈ। ਸਪਾਂਸਰ ਕਰਨ ਵਾਲੇ ਹਨ ਪੰਜਾਬ ਬਚਾਓ ਮੋਰਚਾ। ਉਹਨਾਂ ਨੇ ਰਿਕੁਐਸਟ ਕੀਤੀ ਹੈ ਪ੍ਰਧਾਨ ਮੰਤਰੀ ਨੂੰ, ਨਰਿੰਦਰ ਮੋਦੀ ਨੂੰ, ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦੀ ਬੇਨਤੀ। ਅੱਗੇ ਉਹਨਾਂ ਨੇ ਟੋਟਲ ਪੁਆਇੰਟ ਬਣਾਏ ਹੈ 9 ਆਪਣੀ ਬੇਨਤੀ ਦੇ। ਅਸੀਂ ਤੁਹਾਨੂੰ ਪਹਿਲੇ 4 ਪੜ੍ਹ ਕੇ ਸੁਣਾਵਾਂਗੇ। ਲਿਖਦੇ ਹੈ, ਲਾਡੋਵਾਲ ਟੋਲ ਪਲਾਜ਼ਾ ਦੇ ਰਿਆਇਤ ਲੈਣ ਵਾਲਿਆਂ ਨੂੰ ਕਿਹੜੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪੁਆਇੰਟ ਨੰਬਰ 2, ਅੱਜ ਤੱਕ ਕੀਤੀ ਗਈ ਪੂੰਜੀ ਲਾਗਤ ਅਤੇ ਉਸ ਦੀ ਭਰਪਾਈ ਲਈ ਟੋਲ ਰਾਹੀਂ ਜੁਟਾਏ ਪੈਸੇ ਕੀ ਹਨ, ਦੱਸਿਆ ਜਾਏ। ਮੁੱਖ ਸ਼ਹਿਰਾਂ ਜਿਵੇਂ ਕਿ ਲੁਧਿਆਣਾ ਅਤੇ ਪਟਿਆਲਾ ਅਤੇ ਹੋਰ ਸ਼ਹਿਰਾਂ ਅਤੇ ਕਸਬਿਆਂ ਲਈ ਕੋਈ ਸਹੀ ਪ੍ਰਵੇਸ਼ ਅਤੇ ਨਿਕਾਸ ਪੁਆਇੰਟ ਕਿਉਂ ਨਹੀਂ ਹੈ। NHAI ਨੂੰ ਇਜਾਜ਼ਤ ਲੈਣ ਅਤੇ ਫੀਸ ਜਮ੍ਹਾਂ ਕਰਨ ਦੇ ਬਾਵਜੂਦ ਕਿਸੇ ਵੀ ਪੈਟਰੋਲ ਪੰਪ ਨੂੰ ਉਚਿਤ ਵਾਧੂ ਅਤੇ ਨਿਕਾਸ ਪੁਆਇੰਟ ਨਹੀਂ ਦਿੱਤੇ ਗਏ ਹਨ, ਕਿਉਂਕਿ ਉਹ ਕਾਰੋਬਾਰ ਲਈ ਪੂਰੀ ਤਰ੍ਹਾਂ ਹਾਈਵੇ ਆਵਾਜਾਈ 'ਤੇ ਨਿਰਭਰ ਹਨ। ਇਸ ਇਸ਼ਤਿਹਾਰ ਦੇ ਜਾਰੀਕਰਤਾ ਹਨ ਡਾਕਟਰ ਨਰੂਲਾ ਅਤੇ ਐਡਵੋਕੇਟ ਤੀਰਥ ਸਿੰਘ ਗਰੇਵਾਲ, ਚੈਂਬਰ ਨੰਬਰ 128-29, ਜ਼ਿਲ੍ਹਾ ਕੋਟਸ, ਲੁਧਿਆਣਾ। ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੰਡਾ। ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਹੋਏਗੀ ਗੋਲਡਨ ਫੋਰੈਸਟ ਦੀ ਜ਼ਮੀਨ ਦੀ, ਜਿਸ 'ਤੇ ਨਾਜਾਇਜ਼ ਕਬਜ਼ੇ ਚੱਲ ਰਹੇ ਨੇ। ਦੱਸਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਉੱਤੇ ਕੰਮ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਕਿੰਨੀ ਕੁ ਕਾਰਵਾਈ ਕੀਤੀ ਹੈ, ਸੱਚੀ ਕੀਤੀ ਹੈ ਕਿ ਝੂਠੀ ਕੀਤੀ ਹੈ। ਕੁਝ ਪਿੰਡਾਂ ਤੋਂ ਆਈ ਜਾਣਕਾਰੀ ਸੂਤਰਾਂ ਰਾਹੀਂ ਉਹਦਾ ਵੀ ਖੁਲਾਸਾ ਕਰਾਂਗੇ। ਇਸ ਖਬਰ ਦੇ ਵਿੱਚ ਅਸੀਂ ਮੋਹਾਲੀ ਪ੍ਰਸ਼ਾਸਨ 'ਤੇ ਕੁਝ ਸਵਾਲ ਖੜੇ ਕਰਾਂਗੇ, ਜਿਨ੍ਹਾਂ ਦਾ ਜਵਾਬ ਅਸੀਂ ਮੰਗਣ ਦੀ ਕੋਸ਼ਿਸ਼ ਇਸ ਖਬਰ ਰਾਹੀਂ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਏਜੰਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਵਰਜ਼ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ 'ਤੇ ਅਧੂਰੀ ਕਾਰਵਾਈ ਕੀਤੀ ਹੈ ਅਤੇ ਇਸ ਦੀ ਪਾਲਣਾ ਜਿੰਨੀ ਕੁ ਵੀ ਕੀਤੀ ਹੈ ਉਹ ਵੀ ਸੱਚੀ ਮੁੱਚੀ ਨਹੀਂ ਕੀਤੀ, ਬਲਕਿ ਗੁੰਮਰਾਹ ਕੁੰਨ ਕਰਨ ਵਾਲਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ, ਜੋ ਕਿ DC ਮੋਹਾਲੀ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ DPRO ਰਾਹੀਂ ਸਾਡੇ ਤੱਕ ਪਹੁੰਚਾਇਆ। ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਸ਼ਰੇਆਮ ਕੀਤੀ ਹੈ। ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਇਸ ਪ੍ਰੈਸ ਨੋਟ ਦੇ ਵਿਸਤਾਰ ਦਿਆਂਗੇ, ਇਹ ਸੁਣੋ ਤੇ ਸਕਰੀਨ ਸ਼ਾਟ ਇਹਦਾ ਲੈ ਕੇ ਸਕਰੀਨ 'ਤੇ ਵਿਖਾ ਰਹੇ ਹਾਂ। ਵੀਡੀਓ ਐਡੀਟਰ ਨੂੰ ਬੇਨਤੀ ਕਰੂੰਗਾ ਕਿ ਉਹ ਸਕਰੀਨ 'ਤੇ ਸਾਰਾ ਪ੍ਰੈਸ ਨੋਟ ਚਲਾਏ ਔਰ ਅਸੀਂ ਨਾਲ ਪੜ੍ਹਾਂਗੇ। ਪ੍ਰੈਸ ਨੋਟ ਦਾ ਹੈਡਲਾਈਨ ਹੈ, ਡੇਰਾ ਬਸੀ ਪ੍ਰਸ਼ਾਸਨ ਨੇ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਦੀ 275 ਏਕੜ ਜ਼ਮੀਨ ਦਾ ਕਬਜ਼ਾ ਲਿਆ। 1843 ਏਕੜ ਗੋਲਡਨ ਫੋਰੈਸਟ ਲੈਂਡ ਦੀ ਪਛਾਣ ਕਰਨ ਲਈ ਰੈਵਨਿਊ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। DC ਆਸ਼ਿਕਾ ਜੈਨ ਅੱਗੇ ਲਿਖਿਆ ਉਹਦਾ ਦਾਅਵਾ। ਅੱਗੇ ਲਿਖਦੇ ਆ ਜੀ, ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ SDM ਡੇਰਾ ਬਸੀ ਨੇ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਨਾਲ ਸੰਬੰਧਿਤ ਰਾਜ ਸਰਕਾਰ ਨੂੰ ਤਬਦੀਲੀ ਕੀਤੀ ਜ਼ਮੀਨ 'ਚੋਂ 275 ਏਕੜ ਦਾ ਕਬਜ਼ਾ ਲੈ ਲਿਆ ਹੈ। ਉਹਨਾਂ ਦੱਸਿਆ ਕਿ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਦੀ ਜ਼ਮੀਨ, ਜਿਸ ਦਾ ਕਬਜ਼ਾ ਪੰਜਾਬ ਲੈਂਡ ਰਿਫਾਰਮ ਐਕਟ 1972 ਤਹਿਤ ਸਰਪਲਸ ਘੋਸ਼ਿਤ ਕਰਕੇ ਪੰਜਾਬ ਸਰਕਾਰ ਨੂੰ ਤਬਦੀਲ ਕੀਤਾ ਗਿਆ ਸੀ, ਦੀ ਸਥਿਤੀ ਦਾ ਕੁਝ ਦਿਨ ਪਹਿਲਾਂ ਜਾਇਜ਼ਾ ਲੈਂਦੇ ਹੋਏ ਡੇਰਾ ਬਸੀ ਦੇ SDM ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਜ਼ਮੀਨ ਦੀ ਸ਼ਨਾਖਤ ਕਰਕੇ ਇਸ ਨੂੰ ਕਬਜ਼ਿਆਂ ਜੇਕਰ ਕੋਈ ਹੋਵੇ ਤੋਂ ਮੁਕਤ ਕੀਤਾ ਜਾਏ। ਅੱਗੇ ਪ੍ਰੈਸ ਨੋਟ ਕਹਿੰਦਾ, ਉਹਨਾਂ ਕਿਹਾ ਕਿ ਮਾਲ ਰਿਕਾਰਡ ਅਨੁਸਾਰ ਡੇਰਾ ਬਸੀ ਦੇ 27 ਪਿੰਡਾਂ ਦੇ ਕਰੀਬ 1843 ਏਕੜ ਜ਼ਮੀਨ ਦੀ ਮਾਲਕੀ
ਪੰਜਾਬ ਸਰਕਾਰ ਦੇ ਨਾਂ 'ਤੇ ਤਬਦੀਲ ਕੀਤੀ ਗਈ ਸੀ ਅਤੇ ਇਸ ਜ਼ਮੀਨ ਨੂੰ ਖਾਲੀ ਕਰਵਾ ਕੇ ਮਾਲੀਏ ਲਈ ਵਰਤਿਆ ਜਾਣਾ ਯਕੀਨੀ ਬਣਾਇਆ ਜਾਵੇਗਾ। ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਪਹਿਲਾਂ ਹੀ ਮੁਹਿੰਮ ਚਲਾਈ ਜਾ ਰਹੀ ਹੈ। ਅੱਗੇ ਪ੍ਰੈਸ ਨੋਟ 'ਚ ਲਿਖਿਆ ਜੀ, ਉਪ ਮੰਡਲ ਮੈਜਿਸਟ੍ਰੇਟ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਕਾਨਗੋ ਅਤੇ ਪਟਵਾਰੀਆਂ 'ਤੇ ਆਧਾਰਿਤ ਮਾਲ ਟੀਮਾਂ ਰਾਜ ਨੂੰ ਤਬਦੀਲ ਕੀਤੀ GFIL ਜ਼ਮੀਨ ਦੀ ਪਛਾਣ ਕਰਨ ਲਈ ਸਖਤ ਮਿਹਨਤ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਜ਼ਮੀਨ ਅਤੇ ਇਸ ਦੇ ਟਿਕਾਣਿਆਂ ਦੀ ਸੂਚੀ ਤਿਆਰ ਕਰ ਰਹੇ ਹਨ ਅਤੇ ਦੌਰਿਆਂ ਦਾ ਸਮਾਂ ਸਾਰਣੀ ਤਿਆਰ ਕਰਕੇ ਅਜਿਹੀਆਂ ਜ਼ਮੀਨਾਂ ਦਾ ਕਬਜ਼ਾ ਲੈ ਰਹੇ ਹਨ। ਉਹਨਾਂ ਦੁਹਰਾਇਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਸਬ ਡਿਵੀਜ਼ਨ ਪ੍ਰਸ਼ਾਸਨ ਵੱਲੋਂ ਜਲਦੀ ਹੀ ਸਾਰੀ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਏਗਾ। ਇਹ ਪੜ੍ਹਨ ਤੋਂ ਬਾਅਦ ਸਾਨੂੰ ਖੁਸ਼ੀ ਹੋਈ ਕਿ ਆਫਟਰ ਆਲ ਦੀ ਐਡਮਿਨਿਸਟ੍ਰੇਸ਼ਨ ਹੈਜ਼ ਵਰਕਡ। ਪਰ ਜਦੋਂ ਇਸ ਪ੍ਰੈਸ ਨੋਟ ਦੀ ਅਸੀਂ ਘੋਖ ਕੀਤੀ, ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਸ਼ੇਖੀਆਂ ਜ਼ਿਆਦਾ ਮਾਰੀਆਂ ਗਈਆਂ ਨੇ ਤੇ ਅਸਲੀਅਤ ਘੱਟ ਹੈ। ਅਫਸਰਸ਼ਾਹੀ ਨੇ ਇੱਕ ਵਾਰ ਸਾਡੇ ਨਿੱਕੇ ਵੀਰ ਭਗਵੰਤ ਮਾਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆ। ਗੁੰਮਰਾਹ ਸਿਰਫ ਭਗਵੰਤ ਮਾਨ ਨੂੰ ਨਹੀਂ, ਪੰਜਾਬ ਦੇ ਲੋਕਾਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਭਗਵੰਤ ਮਾਨ ਰਿਪਰੈਜ਼ੈਂਟਸ ਕਲੈਕਟਿਵ ਵਿਲ ਆਫ ਪੰਜਾਬਸ ਪਾਪੂਲੇਸ਼ਨ। ਸਾਡੇ ਸਾਰਿਆਂ ਦੀ ਨੁਮਾਇੰਦਗੀ ਵੀ ਮੁੱਖ ਮੰਤਰੀ ਕਰਦੇ ਨੇ। ਹੁਣ ਤੁਹਾਨੂੰ ਇਹਦੇ ਵਿਸਤਾਰ ਦਿਆਂਗੇ ਕਿ ਕਿਹੜੀਆਂ ਗੱਲਾਂ ਇਸ ਪ੍ਰੈਸ ਨੋਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ। 275 ਏਕੜ ਦੀ ਗੱਲ ਕੀਤੀ ਗਈ, ਕਿਸੇ ਵੀ ਪਿੰਡ ਦਾ ਨਾਮ ਨਹੀਂ ਦਿੱਤਾ ਗਿਆ। ਖੈਰ, ਅਸੀਂ ਕੋਸ਼ਿਸ਼ ਕਰਕੇ 7 ਪਿੰਡਾਂ ਦੇ ਨਾਮ ਹਾਸਲ ਕਰ ਲਏ ਨੇ ਤੇ ਇਹ ਵੀ ਅਸੀਂ ਪਤਾ ਕਰ ਲਿਆ ਕਿ ਇਹ ਪਿੰਡਾਂ ਦੇ ਵਿੱਚ ਜ਼ਮੀਨ ਕਿੰਨੀ ਹਾਸਲ ਕਰਨ ਦਾ ਦਾਅਵਾ ਇਹਨਾਂ ਨੇ ਰਿਕਾਰਡ ਦੇ ਵਿੱਚ ਚਾੜਿਆ, ਜਿਸ ਦੇ ਆਧਾਰ 'ਤੇ ਮੁੱਖ ਮੰਤਰੀ ਨੂੰ ਸੂਚਨਾ ਦਿੱਤੀ ਜਾ ਚੁੱਕੀ ਹੈ। ਪਰ ਜੋ ਵਿਸਤਾਰ ਸਾਨੂੰ ਮਿਲੇ ਉਹ ਇੱਕ ਬਹੁਤ ਹੀ ਦੁਖਦਾਈ ਸਥਿਤੀ ਬਿਆਨ ਕਰਦੇ ਨੇ, ਜਿੱਥੋਂ ਸਾਡੀ ਅਫਸਰਸ਼ਾਹੀ ਦੀ ਕੰਮ ਕਰਨ ਦੀ ਕਾਰਕਰਦਗੀ, ਨੀਅਤ ਔਰ ਉਹਨਾਂ ਦੀ ਜੋ ਐਫੀਸ਼ੀਐਂਸੀ ਹੈ ਉਹ ਸਾਬਿਤ ਹੁੰਦੀ ਹੈ। ਜਿਹੜੀ ਲਿਸਟ ਅਸੀਂ ਪ੍ਰਾਪਤ ਕੀਤੀ ਉਹਦੇ ਵਿੱਚ 22 ਪਿੰਡਾਂ ਦਾ ਜ਼ਿਕਰ ਹੈ, ਜਦੋਂ ਕਿ ਪ੍ਰੈਸ ਨੋਟ ਦੇ ਵਿੱਚ 27 ਪਿੰਡਾਂ ਦਾ ਜ਼ਿਕਰ ਹੈ। ਸਾਡੀ ਆਪਣੀ ਜਾਣਕਾਰੀ ਦੇ ਮੁਤਾਬਕ 28 ਪਿੰਡਾਂ ਦੇ ਵਿੱਚ ਇਹ ਜ਼ਮੀਨ ਸਥਿਤ ਹੈ ਜਿਹਦੇ ਉੱਤੇ ਨਜਾਇਜ਼ ਕਬਜ਼ੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਪਿੰਡ ਕਿਹੜੇ ਨੇ ਜਿੱਥੋਂ ਜ਼ਮੀਨ ਛੁਡਵਾਈ। ਪਹਿਲਾ ਪਿੰਡ ਦੱਸਦੇ ਹਾਂ ਜੀ, ਝਰਮੜੀ। ਉਸ ਛੁਡਵਾਈ 59 ਏਕੜ। ਜਰੌਟ, ਜਿੱਥੇ ਅਸੀਂ ਜਾ ਕੇ ਆਏ ਸੀ ਪਹਿਲਾਂ, ਉੱਥੇ ਛੁਡਵਾਈ 4 ਏਕੜ। ਰਾਮਪੁਰ, ਉੱਥੇ ਛੁਡਾਈ 2 ਵਿਗੇ 10 ਵਿਸਵੇ। ਫਿਰ ਆਉਂਦਾ ਜੀ ਤੋਹਫਾਪੁਰ 9 ਏਕੜ। ਸਮਗੋਲੀ 157 ਏਕੜ ਐਂਡ ਫਤਿਹਪੁਰ 13 ਏਕੜ। ਅਸੀਂ ਟੈਸਟ ਕੇਸ ਵੱਲੋਂ ਲੈ ਕੇ ਤੁਰੇ ਸੀ ਜਲੌਟ ਪਿੰਡ ਦੀ ਜ਼ਮੀਨ, ਜਿੱਥੇ 271 ਏਕੜ ਤੇ ਨਜਾਇਜ਼ ਕਬਜ਼ਾ। ਦੋਸਤੋ, ਸਰਕਾਰੀ ਪ੍ਰੈਸ ਨੋਟ ਦੇ ਵਿੱਚ ਵੇਰਵੇ ਭਾਵੇਂ ਨਹੀਂ ਦਿੱਤੇ ਗਏ, ਪਰ ਅਸੀਂ ਜੋ ਜਾਣਕਾਰੀ ਹਾਸਲ ਕੀਤੀ ਉਹਦੇ ਮੁਤਾਬਕ ਜਲੌਤ ਦੀ ਸਿਰਫ 4 ਏਕੜ ਜ਼ਮੀਨ ਪ੍ਰਸ਼ਾਸਨ ਨੇ ਹੁਣ ਤੱਕ ਛੁਡਵਾਈ। ਸੋ ਪਿੱਛੇ ਰਹਿ ਗਈ 267 ਏਕੜ। ਇਹ ਜ਼ਮੀਨ ਤੁਸੀਂ ਪੁੱਛੋ ਕਿਹੜੀ ਛੁਡਾਈ? ਇਹ ਉਹ ਜ਼ਮੀਨ ਛੁਡਾਈ ਜਿੱਥੇ ਮਾਈਨਿੰਗ ਹੋ ਚੁੱਕੀ ਸੀ ਤੇ ਖੱਡੇ ਪਏ ਹੋਏ ਸੀ, ਖੇਤੀ ਹੁੰਦੀ ਨਹੀਂ ਸੀ, ਨਾ ਫਸਲ ਬੀਜੀ ਜਾਂਦੀ ਹੈ ਨਾ ਕੱਟੀ ਜਾਂਦੀ ਹੈ। ਕੁਝ ਤਸਵੀਰਾਂ ਤੁਹਾਨੂੰ ਇਸ ਜਲੌਤ ਪਿੰਡ ਦੀਆਂ ਮਾਈਨਿੰਗ ਵਾਲੇ ਇਲਾਕੇ ਦੀਆਂ ਦਿਖਾਵਾਂਗੇ, ਸਕਰੀਨ ਤੇ ਦੇਖੋ। ਸੋ 4 ਏਕੜ ਜ਼ਮੀਨ ਕੁੱਲ। ਅਸੀਂ ਇਸ ਪਿੰਡ ਦਾ ਦੌਰਾ ਬੀਤੇ ਦਿਨੀ ਕੀਤਾ, ਐਪੀਸੋਡ ਨੰਬਰ 356 ਬਣਾਇਆ, ਤੁਹਾਡੇ ਤੱਕ ਪਹੁੰਚਾਇਆ। ਪਰ ਜਿਸ ਜ਼ਮੀਨ ਤੇ ਨਜਾਇਜ਼ ਕਾਬਜ਼ ਨੇ ਔਰ ਕਣਕ ਖੜੀ ਹੋ ਗਈ ਹੈ, ਖੇਤੀ ਹੋ ਰਹੀ ਹੈ, ਕਿਸਾਨ ਹਜੇ ਵੀ ਉਸ ਨਜਾਇਜ਼ ਕਾਬਜ਼ ਜ਼ਮੀਨ ਤੇ ਕੰਮ ਕਰ ਰਹੇ ਨੇ, ਧਨਾੜ ਕਿਸਾਨ ਨੇ, ਬਾਕੀਆਂ ਨੂੰ ਜਾਣਦੇ ਕੁਛ ਨਹੀਂ, ਉਹ ਕਬਜ਼ੇ ਨਹੀਂ ਲਏ ਗਏ। ਜਦੋਂ ਤੁਸੀਂ ਜੜੌਤ ਤੇ ਕਾਰਵਾਈ ਕਰਨ ਜਾ ਰਹੇ ਹੋ ਪ੍ਰਸ਼ਾਸਨ ਜੀ,
ਤੇ ਫਿਰ ਤੁਸੀਂ ਪੂਰੀ ਜ਼ਮੀਨ ਕਿਉਂ ਨਹੀਂ ਛੁਡਵਾਈ? ਕੀ ਅੜਿੱਕਾ ਲੱਗਿਆ? ਇਸ ਪਿੰਡ ਦੇ ਲੋਕਾਂ ਦਾ ਦਾਅਵਾ ਗੁਰਦੇਵ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਜਿਹੜੇ ਕਿ ਕਿਸਾਨ ਜਥੇਬੰਦੀ ਅਤੇ CPI ਦੇ ਜ਼ਿਲ੍ਹਾ ਜਿਹੜਾ ਹੈਗਾ ਸੈਟਅਪ ਉਹਦੇ ਮੈਂਬਰ ਨੇ, ਆਫਿਸ ਬਿਰਰ ਨੇ, ਉਹਨਾਂ ਨੇ ਦੱਸਿਆ ਕਿ ਵੱਡੇ ਧਨਾੜ ਕਿਸਾਨ ਜਿਨ੍ਹਾਂ ਕੋਲ 125 ਏਕੜ, 60 ਏਕੜ, 45 ਏਕੜ, ਕਿੰਨੀ ਏਕੜ ਜ਼ਮੀਨ ਆ, ਉਹ ਸ਼ਰੇਆਮ ਕਹਿੰਦੇ ਆ ਬੜੇ ਦੇਖੇ ਆਦੇਸ਼ ਅਸੀਂ ਮੁੱਖ ਮੰਤਰੀਆਂ ਦੇ ਚਿੱਠੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਅਸੀਂ ਸਭ ਜਾਣਦੇ ਹਾਂ ਕਿਵੇਂ ਸਾਰਾ ਕੁਝ ਸੈੱਟ ਕਰੀਦਾ। ਉਹ ਸੈਟਿੰਗ ਉਹਨਾਂ ਦੀ ਲੱਗਦਾ ਹੈ ਇਸ ਵਾਰ ਫੇਰ ਹੋ ਗਈ ਆ ਤੇ ਸਿਰਫ 271 ਚੋਂ 4 ਏਕੜ ਜ਼ਮੀਨ ਟੋਇਆਂ ਵਾਲੀ, ਟਿੱਬਿਆਂ ਵਾਲੀ, ਜਿੱਥੇ ਕਹਿੰਦੇ ਹੈ ਜੀ ਮਾਈਨਿੰਗ ਹੋ ਚੁੱਕੀ ਹੈ, ਫਸਲ ਨਹੀਂ ਹੁੰਦੀ, ਉਹ ਪ੍ਰਸ਼ਾਸਨ ਨੇ ਛੁਡਵਾ ਕੇ ਤੇ ਆਪਣੀ ਪਿੱਠ ਥੱਪ ਪਾ ਲਈ ਹੈ। ਆਓ ਹੁਣ ਚੱਲਦੇ ਹਾਂ ਪਿੰਡ ਫਤਿਹਪੁਰ। ਇਸ ਪਿੰਡ ਦੇ ਸਰਪੰਚ ਸਾਹਿਬ ਨਾਲ ਸਾਡੀ ਗੱਲਬਾਤ ਹੋਈ। ਤੁਸੀਂ ਪਹਿਲਾਂ ਸਾਰਾ ਜਿਹੜਾ ਅਸਲੀਅਤ ਹੈ, ਸੱਚਾਈ ਹੈ, ਖੁਦ ਤੁਸੀਂ ਹਰਦੀਪ ਸਿੰਘ ਸਰਪੰਚ ਦੀ ਜ਼ੁਬਾਨੀ ਸੁਣੋ। ਉਹਨਾਂ ਦੀ ਆਡੀਓ ਰਿਕਾਰਡਿੰਗ ਅਸੀਂ ਚਲਾ ਰਹੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ ਸਰਪੰਚ ਹਰਦੀਪ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਰਜਿੰਦਰ ਸਿੰਘ ਤੱਕੜ ਬੋਲ ਰਿਹਾ, ਜਰਨਲਿਸਟ, ਪੰਜਾਬ ਦਸਤਾਵੇਜ਼ ਚੈਨਲ ਤੋਂ। ਹਾਂਜੀ ਸਰ। ਅੱਛਾ, ਤੁਹਾਡੇ ਪਿੰਡ ਕਹਿੰਦੇ 157 ਏਕੜ ਛਡਾ ਲਈ ਜ਼ਮੀਨ ਇਹਨਾਂ ਨੇ, ਸਰਕਾਰ ਨੇ, ਫਿਰ ਕਿਵੇਂ ਆਏ ਸੀ ਛਡਾਉਣ? ਅਮਲਾ ਫੈਲਾ ਪੂਰਾ ਆਇਆ ਸੀ ਜੀ? ਪੁਲਿਸ ਵਾਲੇ ਆਏ ਸੀ? ਮੇਰੇ ਪਿੰਡ ਅਸੀਂ ਤਾਂ ਪਹਿਲੇ ਛਡਾ ਲਈ ਸੀ ਸਰ। ਕਦੋਂ? ਸਰ ਅਸੀਂ ਮਿਹਨਤੀ ਕਰਾਈ ਵੀ, ਸਾਡੀ ਬੋਲੀ ਤੇ ਚੜੀ ਵੀ ਜ਼ਮੀਨ। ਨਹੀਂ, ਮੇਰਾ ਪਿੰਡ ਤਾਂ ਫਤਿਹਪੁਰ ਹੈ ਜਨਾਬ। ਤੁਹਾਡਾ ਪਿੰਡ ਫਤਿਹਪੁਰ, ਸਮਗੌਲੀ ਨਹੀਂ? ਹਾਂਜੀ ਸਰ। ਨੋ ਸਰ। ਅੱਛਾ, ਫਤਿਹਪੁਰ ਦੀ ਵੀ ਤਾਂ ਹੈਗੀ ਆ ਕਹਿੰਦੇ। ਨਹੀਂ ਸਰ, ਫਤਿਹਪੁਰ ਦੀ ਹੈ ਨਹੀਂ ਸਾਡੇ ਪਿੰਡ ਅੰਦਰ ਨਹੀਂ ਸਰ। ਆ ਹੈ ਜੀ ਸੱਚਾਈ ਸਾਹਮਣੇ ਤੁਹਾਡੇ ਆ ਗਈ। ਗੋਲਡਨ ਫਾਰੈਸਟ ਜ਼ਮੀਨ ਇਸ ਪਿੰਡ ਦੇ ਵਿੱਚ ਨਜਾਇਜ਼ ਕਬਜ਼ੇ ਦੇ ਥੱਲੇ ਹੈ ਹੀ ਨਹੀਂ। ਜਿਹੜੀ ਪਹਿਲਾਂ ਸੀਗੀ ਉਹ ਪਿੰਡ ਵਾਸੀਆਂ ਨੇ, ਪੰਚਾਇਤ ਨੇ ਮਿਲ ਕੇ ਇੱਕ ਸਾਂਝੇ ਉਪਰਾਲੇ ਨਾਲ, ਕੰਸੈਂਸਸ ਨਾਲ ਛੁਡਵਾ ਲਈ ਸੀ ਇਸ ਸਾਰੀ ਜ਼ਮੀਨ ਤੇ। ਹੁਣ ਬੋਲੀ ਦੇ ਕੇ ਪੰਚਾਇਤ ਖੇਤੀ ਕਰਵਾਉਂਦੀ ਹੈ ਤੇ ਸਾਡੀ ਜਾਣਕਾਰੀ ਮੁਤਾਬਕ ਸਰਕਾਰ ਦਾ ਦਾਅਵਾ ਕਿ ਇਸ ਦੇ ਉੱਤੇ 13 ਏਕੜ ਤੇ ਅਸੀਂ ਕਹਿੰਦੇ ਜੀ ਕਬਜ਼ਾ ਲੈ ਲਿਆ। ਸੋ ਤੁਸੀਂ ਜੋ ਸਰਪੰਚ ਸਾਹਿਬ ਦੀ ਗੱਲਬਾਤ ਸੁਣੀ, ਉੱਥੋਂ ਇਹ ਸਾਬਤ ਹੋ ਗਿਆ ਕਿ ਇਹ ਦਾਅਵੇ ਖੋਖਲੇ ਨੇ। ਤੇ ਫਿਰ ਤੁਸੀਂ ਮੈਨੂੰ ਦੱਸੋ ਦਰਸ਼ਕੋ, ਸ਼ਰਮ ਕਿਹਨੂੰ ਆਉਣੀ ਚਾਹੀਦੀ ਆ? ਕੀ ਸ਼ਰਮ ਲੋਕਾਂ ਨੂੰ ਆਉਣੀ ਚਾਹੀਦੀ ਆ ਕਿ ਸਾਡਾ ਪ੍ਰਸ਼ਾਸਨ ਭਾਰ ਨਹੀਂ ਚੱਲਦਾ? ਕੀ ਸ਼ਰਮ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਉਣੀ ਚਾਹੀਦੀ ਆ ਕਿ ਉਹਦਾ ਆਦੇਸ਼ ਨਹੀਂ ਮੰਨਿਆ ਜਾਂਦਾ, ਪ੍ਰਸ਼ਾਸਨ ਅਫਸਰਸ਼ਾਹੀ ਉਸ ਨੂੰ ਟਿੱਚ ਜਾਣਦਾ? ਤੁਸੀਂ ਇਸ ਬਾਰੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓ। ਅਸੀਂ ਤੁਹਾਡੇ ਕਮੈਂਟਸ ਤੇ ਆਧਾਰਿਤ ਇੱਕ ਵੱਖਰਾ ਪ੍ਰੋਗਰਾਮ ਜਿਹਦਾ ਟਾਈਟਲ ਅਸੀਂ ਰੱਖਿਆ ਹੈ ਹਿੰਗ ਸ਼ਿੰਗ ਜੀਰਾ, ਉਹ ਪੇਸ਼ ਕਰਾਂਗੇ ਜਦੋਂ ਵੀ ਸਮਾਂ ਲੱਗਿਆ। ਕਾਹਲੀ ਨਾ ਕਰਿਓ, ਕਮੈਂਟ ਜ਼ਰੂਰ ਕਰੋ। ਅਸੀਂ ਤੁਹਾਡੇ ਵਿਚਾਰ ਸਰਕਾਰ ਤੱਕ, ਪ੍ਰਸ਼ਾਸਨ ਤੱਕ ਪਹੁੰਚਾਵਾਂਗੇ। ਸਾਡਾ ਇੱਕ ਕੰਮ ਹੈ, ਸਾਡਾ ਇੱਕ ਪ੍ਰੋਫੈਸ਼ਨ ਹੈ। ਵੀ ਆਰ ਅ ਬ੍ਰਿਜ ਬਿਟਵੀਨ ਦੀ ਪੀਪਲ ਐਂਡ ਦੀ ਗਵਰਨਮੈਂਟ। ਬਾਕੀ ਦੇ ਰਹਿੰਦੇ 5 ਪਿੰਡਾਂ ਬਾਰੇ ਤੁਹਾਨੂੰ ਜਾਣਕਾਰੀ ਆਉਣ ਵਾਲੇ ਦਿਨਾਂ 'ਚ ਦੇਵਾਂਗੇ। ਸਾਡੀ ਸਹਿਯੋਗੀ ਟੀਮ ਲੈਡ ਬਾਈ ਯਾਦਵਿੰਦਰ ਸਿੰਘ, ਉਹ ਜਲਦ ਇਹਨਾਂ 5 ਪਿੰਡਾਂ ਦਾ ਦੌਰਾ ਕਰੇਗੀ। ਸਮਗੋਲੀ ਵੀ ਜਾਏਗੀ ਜਿੱਥੇ 157 ਏਕੜ ਜ਼ਮੀਨ ਖਾਲੀ ਕਰਵਾਉਣ ਦਾ ਪ੍ਰਸ਼ਾਸਨ ਨੇ ਦਾਅਵਾ ਕੀਤਾ। ਅਸੀਂ ਉਹਨਾਂ ਦੇ ਪ੍ਰੈਸ ਨੋਟ ਦੇ ਜਿਹੜੇ ਫੈਕਟਸ ਨੇ ਉਹਨਾਂ ਨੂੰ ਕ੍ਰਾਸ ਚੈੱਕ ਕਰਾਂਗੇ ਅਤੇ ਸੱਚਾਈ ਜੋ ਵੀ ਹੋਏ, ਭਾਵੇਂ ਹੱਕ 'ਚ ਤੇ ਭਾਵੇਂ ਵਿਰੁੱਧ, ਉਹ ਤੁਹਾਡੇ ਤੱਕ ਦਰਸ਼ਕੋ ਬਹੁਤ ਜਲਦ ਪਹੁੰਚਾਵਾਂਗੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਦੀ ਭਾਵਨਾ ਕੀ ਸੀ। ਉਹਨਾਂ ਨੇ ਕਿਹਾ ਕਿ ਗੋਲਡਨ ਫਾਰੈਸਟ ਦੀ ਜ਼ਮੀਨ ਤੇ ਨਜਾਇਜ਼ ਕਬਜ਼ਿਆਂ ਨੂੰ ਹਟਾ ਕੇ 30 ਦਿਨ ਦੇ ਅੰਦਰ ਅੰਦਰ ਰਿਪੋਰਟ ਭੇਜੀ ਜਾਏ। ਇਹ ਆਦੇਸ਼ 19/10 ਨੂੰ ਜਾਰੀ ਹੋਇਆ ਤੇ ਅੱਜ ਤਰੀਕ ਹੋ ਗਈ 25/11। ਸੋ ਇਹ ਜਿਹੜਾ ਆਦੇਸ਼ ਟਾਈਮ ਬਾਉਂਡ ਸੀ, ਯਾਨੀ ਕਿ ਬਹੁਤ ਹੀ ਇੰਪੋਰਟੈਂਟ ਮੰਨਿਆ ਜਾਂਦਾ ਸੀ। ਪਰ ਇਸ ਦੀ ਇੰਪੋਰਟੈਂਸ ਪ੍ਰਸ਼ਾਸਨ ਨੇ ਗੌਲੀ ਨਹੀਂ, ਰੱਦ ਕਰਤੀ, ਲੇਟ ਹੋ ਗਏ। ਤੁਸੀਂ DPRO ਸਾਹਿਬ ਦਾ ਪ੍ਰੈਸ ਨੋਟ ਦੇਖਿਆ, ਸੁਣਿਆ, ਤੁਹਾਨੂੰ ਮੈਂ ਪੜ੍ਹ ਕੇ ਸੁਣਾਇਆ। ਉਹ 'ਚ ਲਿਖਦੇ ਆ ਕਿ ਇਹ ਲਿਸਟਾਂ ਬਣ ਰਹੀਆਂ ਕਿ ਅਸੀਂ ਬਹੁਤ ਜਲਦ ਕਬਜ਼ੇ ਲੈ ਲਾਂਗੇ। ਮੈਂ ਇੱਥੇ ਇਹ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ, ਜਦੋਂ 30 ਦਿਨ ਕ੍ਰਾਸ ਹੋ ਗਏ, ਕੀ ਤੁਸੀਂ
ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਆਗਿਆ ਲਈ, ਗੁਜ਼ਾਰਿਸ਼ ਕੀਤੀ ਕਿ ਸਾਨੂੰ ਸਮਾਂ ਹੋਰ ਦੇ ਦਿਓ ਮੁੱਖ ਮੰਤਰੀ ਜੀ, ਸਾਨੂੰ 15 ਦਿਨ 20 ਦਿਨ 25 ਦਿਨ ਹੋਰ ਦੇ ਦਿਓ, ਸਾਡੇ ਕੋਲ ਸਟਾਫ ਘੱਟ ਹੈ, ਸਾਡੇ ਕੋਲ ਗੱਡੀਆਂ ਘੱਟ ਹੈ। ਕਿਹਾ ਤੁਸੀਂ ਮੰਗ ਸਕਦੇ ਸੀ, ਨਹੀਂ ਮੰਗਿਆ। ਤੁਸੀਂ ਇਸ ਇਸ਼ੂ ਨੂੰ, ਗੋਲਡਨ ਫੋਰੈਸਟ ਦੀ ਜ਼ਮੀਨ ਨੂੰ ਇੱਕ ਰੂਟੀਨ ਸਸਤਾ ਜਿਹਾ ਕੰਮ ਸਮਝ ਕੇ ਉਹਨੂੰ ਡਿਲੇ ਕੀਤਾ, ਅਤੇ ਹੁਣ ਹਜੇ ਵੀ ਤੁਹਾਡਾ ਕੋਈ ਪਤਾ ਨਹੀਂ ਕਿੰਨੇ ਮਹੀਨੇ ਹੋਰ ਲਾਉਂਗੇ। ਅਤੇ ਬਾਕੀ ਕਬਜ਼ੇ ਜਿਹੜੇ ਛੁਡਵਾਏ ਜਾ ਸਕਦੇ ਸੀ ਉਹ ਤੁਸੀਂ ਛੁਡਵਾਏ ਨਹੀਂ। ਅਤੇ ਤੀਜਾ, ਤੁਸੀਂ ਜਿਹੜੀ ਪ੍ਰੈਸ ਨੋਟ ਦੇ ਵਿੱਚ ਜਾਣਕਾਰੀ ਦਿੱਤੀ ਉਹ ਗਲਤ ਹੈ, ਗੁੰਮਰਾਹਕੁੰਨ ਹੈ, ਉਸ 'ਤੇ ਸਾਨੂੰ ਸ਼ਰਮ ਆਉਂਦੀ। ਹੁਣ ਤੁਹਾਨੂੰ ਸੁਣਾਉਂਦੇ ਹਾਂ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ NGO ਹੈ ਇਹ, ਉਹਦੇ ਪ੍ਰਧਾਨ ਸਤਨਾਮ ਸਿੰਘ ਦਾਉ ਕੀ ਕਹਿੰਦੇ ਆ। ਕੱਲ ਜੋ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਨੇ ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਜਿਹੜੀ 2200 ਏਕੜ ਜ਼ਮੀਨ ਖਾਲੀ ਕਰਵਾਉਣੀ ਸੀ, 20 ਤਰੀਕ ਲਾਸਟ ਸੀ ਉਹਦੀ, ਉਹ ਖਾਲੀ ਨਹੀਂ ਕਰਵਾਈ। ਜਦੋਂ ਅਸੀਂ ਰੌਲਾ ਪਾਇਆ ਤਾਂ ਕੁਝ ਪਿੰਡਾਂ ਦੀ ਜ਼ਮੀਨ ਖਾਲੀ ਕਰਵਾ ਕੇ ਪ੍ਰੈਸ ਨੋਟ ਦਿੱਤਾ, ਪਰ ਉਹ ਫੇਕ ਜਾਣਕਾਰੀ ਹੈ, ਗਲਤ ਜਾਣਕਾਰੀ ਹੈ, ਗੁੰਮਰਾਹ ਕਰਨ ਵਾਲੀ ਜਾਣਕਾਰੀ ਹੈ। ਜਿਹੜੀ ਇਹ ਜ਼ਮੀਨ 275 ਏਕੜ ਹੈ, ਇਹ 'ਚੋਂ ਇੱਕ ਵੀ ਜ਼ਮੀਨ ਕਿਸੇ ਦੇ ਨਜਾਇਜ਼ ਕਬਜ਼ੇ ਵਿੱਚ ਨਹੀਂ ਸੀ। ਇਹ ਜ਼ਮੀਨ ਉਹ ਹੈ ਜਿੱਥੇ ਨਜਾਇਜ਼ ਮਾਈਨਿੰਗ ਹੋ ਕੇ ਕਰਵਾ ਕੇ ਟੋਏ ਪੈ ਗਏ ਹੈ, 15 ਫੁੱਟ 20 ਫੁੱਟ 25 ਫੁੱਟ, ਉੱਤੇ ਕੋਈ ਖੇਤੀਬਾੜੀ ਨਹੀਂ, ਕਿਸੇ ਦਾ ਕੋਈ ਕਬਜ਼ਾ ਨਹੀਂ। ਉਹ ਹਵਾ 'ਚ ਹੀ ਬੇਆਵਾਜ਼ ਜ਼ਮੀਨ ਪਈ ਹੈ, ਅਤੇ ਹਵਾ 'ਚ ਹੀ ਦਫ਼ਤਰਾਂ 'ਚ ਬੈਠ ਕੇ ਪੇਪਰਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਫੇਕ ਇਨਫੋਰਮੇਸ਼ਨ ਦੇ ਕੇ ਵਾਹਵਾ ਖੱਟਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਜਿਹੜੇ ਅਸੀਂ ਉਹਨਾਂ 'ਤੇ ਲਗਾਤਾਰ ਇਲਜ਼ਾਮ ਲਗਾ ਰਹੇ ਹਾਂ ਕਿ ਮੁੱਖ ਮੰਤਰੀ ਪੰਜਾਬ ਦੇ ਹੁਕਮ ਜਿਹੜੇ ਹੈ 2200 ਕਿੱਲੇ ਜ਼ਮੀਨ ਖਾਲੀ ਕਰਾਉਣ ਦੇ, ਉਹ ਜ਼ਿਲ੍ਹਾ ਪ੍ਰਸ਼ਾਸਨ ਲਾਗੂ ਨਹੀਂ ਕਰ ਰਿਹਾ, ਉਹ 'ਤੇ ਦਬਾਅ ਹੈਗਾ। ਉਸ ਜਿਹੜੇ ਅਸੀਂ ਦੱਸ ਰਹੇ ਹਾਂ ਇਹਨਾਂ ਬਾਰੇ, ਉਸ ਤੋਂ ਬਚਣ ਵਾਸਤੇ ਇਹ ਫੇਕ ਇਨਫੋਰਮੇਸ਼ਨ ਦਿੱਤੀ ਹੈ। ਹੁਣ ਤੱਕ ਇਹ ਕਿਸੇ ਵੀ ਪਿੰਡ ਦੇ ਵਿੱਚ ਨਹੀਂ ਗਏ। ਜੜੌਤ ਪਿੰਡ ਦੀ ਗੱਲ ਕਰੀਏ, ਆਪਾਂ ਦੇਖਿਆ ਪਹਿਲੇ ਵੀ ਤੁਹਾਡੀ ਵੀਡੀਓ ਦੇ ਵਿੱਚ ਆਇਆ ਕਿ ਸਿਰਫ 4 ਏਕੜ ਕਹਿੰਦੇ ਖਾਲੀ ਕਰਾਈ ਹੈ, ਉਹੀ ਜਿਹੜੇ ਟੋਏ ਪਏ ਹੈ। ਇਸ ਤਰ੍ਹਾਂ ਪੀਰ ਮਛੱਲਾ 33 ਏਕੜ ਜ਼ਮੀਨ, ਕਿਸੇ ਦਾ ਕੋਈ ਕਬਜ਼ਾ ਨਹੀਂ। ਪੀਰ ਮਛੱਲੇ ਦੇ ਵਿੱਚ 33 ਏਕੜ ਜ਼ਮੀਨ ਤਾਂ ਵੱਡੇ ਵੱਡੇ ਟੋਏ ਪੈ ਗਏ, ਬਹੁਤ ਡੂੰਘੇ ਡੂੰਘੇ, ਉੱਥੇ ਕਿਸੇ ਦਾ ਕੋਈ ਕਬਜ਼ਾ ਨਹੀਂ ਹੈਗਾ। ਸਮਗੌਲੀ ਪਿੰਡ 'ਚ 157 ਏਕੜ ਜ਼ਮੀਨ ਹੈ, ਮੇਰੀ ਜਾਣਕਾਰੀ ਮੁਤਾਬਕ, ਉਹ ਵੀ ਖਾਲੀ ਨਹੀਂ ਕਰਾਈ, ਉਹ ਵੀ ਟੋਏ ਪਏ ਹੋਏ ਆ। ਆਪਾਂ ਕੱਲ੍ਹ ਟੀਮ ਲੈ ਕੇ ਉੱਥੇ ਜਾ ਕੇ ਵੀ ਦਿਖਾਵਾਂਗੇ। ਇੱਕ ਗੁੰਮਰਾਹ ਕਰਨ ਪ੍ਰੈਸ ਨੋਟ ਦੇ ਸੰਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਿਆ। DPRO ਰਵੀ ਇੰਦਰ ਮੱਕੜ ਜੀ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਕਾਫੀ ਲੰਮਾ ਸਮਾਂ ਪੱਤਰਕਾਰੀ ਕੀਤੀ ਹੈ। ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕੀਤੀ ਕਿ ਜੀ ਤੁਹਾਡਾ ਪ੍ਰੈਸ ਨੋਟ ਮਿਸਲੀਡਿੰਗ ਹੈ, ਆਹ ਸਥਿਤੀ ਹੈ, ਆਹ ਪਿੰਡਾਂ 'ਚ ਇੰਨੀ ਜ਼ਮੀਨ ਤੁਸੀਂ ਕਬਜ਼ਾ ਲਿਆ ਹੈ, ਪਰ ਤੁਸੀਂ ਪ੍ਰੈਸ ਨੋਟ 'ਚ 275 ਏਕੜ ਤਾਂ ਲਿਖੇ, ਤੁਸੀਂ ਪਿੰਡਾਂ ਦੇ ਨਾਮ ਨਹੀਂ ਲਿਖੇ। ਇਹ ਕਿ ਪਤਾ ਨਾ ਲੱਗ ਸਕੇ ਜਾਂ ਅਧੂਰੀ ਜਾਣਕਾਰੀ ਦੇ ਦਿਓ, ਜਾਂ ਤੁਸੀਂ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ। DPRO ਸਾਹਿਬ ਨੇ ਸਾਨੂੰ ਕਿਹਾ ਕਿ ਜੋ ਜਾਣਕਾਰੀ SDM ਸਾਹਿਬ ਨੇ, ਹਿਮਾਂਸ਼ੂ ਗੁਪਤਾ ਨੇ ਮੈਨੂੰ ਦਿੱਤੀ, ਉਹਦੇ ਆਧਾਰ 'ਤੇ ਮੈਂ ਪ੍ਰੈਸ ਨੋਟ ਬਣਾ ਕੇ ਦੁਬਾਰਾ SDM ਤੋਂ ਚੈੱਕ ਵੈਟ ਜਿਹਨੂੰ ਕਹਿੰਦੇ ਕਰਵਾ ਕੇ ਫਿਰ ਰਿਲੀਜ਼ ਕੀਤਾ। ਇਹਦੇ ਵਿੱਚ ਮੇਰੀ ਜ਼ਿੰਮੇਵਾਰੀ ਤਾਂ ਉਹ ਕੋਈ ਖਾਸ ਬਣਦੀ ਨਹੀਂ। ਤੁਸੀਂ ਉਹਨਾਂ ਨੇ ਕਿਹਾ ਕਿ SDM ਨਾਲ ਖੁਦ ਗੱਲ ਕਰ ਲਓ, ਕਲੈਰੀਫਿਕੇਸ਼ਨ ਲੈ ਲਓ। ਬਟ ਆਈ ਟੋਲਡ ਦੀ DPRO ਕਿ ਪ੍ਰੈਸ ਨੋਟ ਜਾਰੀ ਕੀਤਾ ਤੁਸੀਂ, ਤੁਹਾਡੇ ਦਸਤਾਂ ਹੇਠ ਹੋਇਆ, ਮੈਂ ਤੁਹਾਨੂੰ ਪੁੱਛੂੰਗਾ, ਮੈਂ SDM ਨੂੰ ਨਹੀਂ ਪੁੱਛੂੰਗਾ। ਜੇ SDM ਨੇ ਜਾਰੀ ਕੀਤਾ ਹੁੰਦਾ ਆਪਣੇ ਸਿਗਨੇਚਰ ਥੱਲੇ ਆਪਣੀ ਮੋਹਰ ਲਾ ਕੇ, ਫਿਰ ਮੈਂ SDM ਵੱਲ ਸੰਬੋਧਿਤ ਹੁੰਦਾ। ਸਿੰਸ ਯੂ ਆਰ ਦੀ DPRO, you explain, you give me the rectification, clarification ਜੇ ਕੋਈ ਬਣਦੀ ਹੈ, ਕਿਉਂਕਿ ਮੈਨੂੰ ਇਹ ਬਿਲਕੁਲ ਕਨਫਰਮਡ ਹੈ ਕਿ ਜੋ ਸੂਤਰਾਂ ਨੇ ਸਾਨੂੰ ਜਾਣਕਾਰੀ ਦਿੱਤੀ ਉਹ ਬਿਲਕੁਲ ਸਹੀ ਹੈ, ਉਹ ਗਲਤ ਹੋ ਨਹੀਂ ਸਕਦੀ। ਐਨੀਵੇਜ਼ ਇੱਕ ਵਾਰੀ ਫੇਰ ਕੋਸ਼ਿਸ਼ ਕੀਤੀ ਕਿ ਚਲੋ ਪ੍ਰਸ਼ਾਸਨ ਨੂੰ ਪੁੱਛ ਲਈਏ, ਜੇ ਕੋਈ ਦਰੁਸਤੀ ਬਣਦੀ ਹੈ ਤਾਂ ਦੇ ਦਿਓ, ਪਰ ਉਹਨਾਂ ਨੇ ਕੋਈ ਦਰੁਸਤੀ ਸਾਨੂੰ ਨਹੀਂ ਦਿੱਤੀ। ਇੱਥੇ ਮੈਂ ਜ਼ਿਕਰ ਕਰਨਾ ਚਾਹੁੰਦਾ ਸਾਰਿਆਂ ਨੂੰ, ਈਵਨ ਇਨਕਲੂਡਿੰਗ ਮੀਡੀਆ ਪਰਸਨਸ, ਜਿਹੜਾ ਬੰਦਾ ਪ੍ਰੈਸ ਨੋਟ ਜਾਰੀ ਕਰਦਾ ਭਾਵੇਂ ਕਿਸੇ ਦੇ ਕਹਿਣ 'ਤੇ ਕਰੇ, ਕਿਸੇ ਦਾ ਮਤਹਿਤ ਹੋਵੇ, ਤੁਸੀਂ ਉਸ ਸ਼ਖਸ ਨੂੰ ਪੁੱਛਣਾ ਹੈ, ਸਵਾਲ ਉਸ ਨੂੰ ਪੁੱਛਣੇ ਹੈ ਕਿ ਤੇਰਾ ਪ੍ਰੈਸ ਨੋਟ ਗੁੰਮਰਾਹ ਕਿਉਂ ਕਰ ਰਿਹਾ। ਸੋ ਹੀ ਇਜ਼ ਦੀ ਬ੍ਰਿਜ, ਉਹ ਸਾਡਾ ਨੁਮਾਇੰਦਾ ਹੈ DPRO, ਪਬਲਿਕ ਰਿਲੇਸ਼ਨ ਡਿਪਾਰਟਮੈਂਟ, ਸਾਡੇ ਅਤੇ ਸਰਕਾਰ ਦੇ ਵਿੱਚ ਇੱਕ ਮੀਡੀਅਮ ਆ, ਇੱਕ ਬ੍ਰਿਜ ਹੈ। ਸੋ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਰਕਾਰ ਦੀ ਸਥਿਤੀ ਸਪਸ਼ਟ ਕਰੇ, ਸਰਕਾਰ ਦੀ ਨੈਗੇਟਿਵ ਪਬਲਿਸਿਟੀ ਹੋਣ ਤੋਂ ਰੋਕੇ।
ਇਸ ਕਰਕੇ ਹੀ ਉਹਨਾਂ ਨੂੰ ਗੱਡੀਆਂ ਤੇ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ। ਦੈਨ ਵਾਈ ਸ਼ੁੱਡ ਦੇ ਨਾਟ ਪਰਫਾਰਮ। ਇਹ ਸਾਰੀ ਗੱਲਬਾਤ ਹੋਣ ਤੋਂ ਬਾਅਦ ਡੀਪੀਆਰਓ ਸਾਹਿਬ ਨੇ ਸਾਡੀ ਨਾ ਮੰਨੀ ਤੇ ਚੁਪਕੇ ਜੇ ਇੱਕ WhatsApp ਤੇ ਮੈਸੇਜ ਭੇਜਤਾ ਕਿ ਆ ਐਸਡੀਐਮ ਸਾਹਿਬ ਦਾ ਨੰਬਰ ਹੈ ਜੀ, ਤੁਸੀਂ ਆਪੇ ਗੱਲ ਕਰ ਲਓ। ਖੈਰ ਅਸੀਂ ਗੱਲ ਕਰਨਾ ਮੁਨਾਸਿਬ ਨਹੀਂ ਸਮਝਿਆ, ਬਿਕੋਜ਼ ਅਸੀਂ ਸੋਚਦੇ ਸੀ ਕਿ ਇਹ ਰਿਸਪੌਂਸਿਬਿਲਿਟੀ ਡੀਪੀਆਰਓ ਦੀ ਹੈ ਤੇ ਹੀ ਸ਼ੁੱਡ ਐਕਟ। ਹੀ ਡਿਡ ਨਾਟ ਐਕਟ। ਸਾਨੂੰ ਅੱਗੇ ਅਸੀਂ ਫਿਰ ਕੁਝ ਕਰਨ ਦਾ ਫੈਸਲਾ ਨਹੀਂ ਕੀਤਾ। ਦੋਸਤੋ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ, ਮੈਂ ਕੁਝ ਸਖਤ ਸ਼ਬਦ ਵਰਤਣਾ ਚਾਹੁੰਦਾ। ਸਾਡੇ ਮੁੱਖ ਮੰਤਰੀ ਭਗਵੰਤ ਮਾਨ, ਜਿਸ ਨੂੰ 92 ਸੀਟਾਂ ਦੇ ਕੇ ਪੰਜਾਬ ਦੇ ਲੋਕਾਂ ਨੇ ਤਾਕਤ ਦਿੱਤੀ, ਮੁੱਖ ਮੰਤਰੀ ਬਣਾਇਆ, ਅਨਪ੍ਰੈਸੀਡੈਂਟਡ ਮੈਜੋਰਿਟੀ, ਉਸ ਨਾਲ ਮੇਰੀ ਸਮਝ ਦੇ ਮੁਤਾਬਕ ਅਫਸਰਸ਼ਾਹੀ ਫਰਾਡ ਕਰ ਰਹੀ ਹੈ। ਇਹ ਫਰਾਡ ਸਿਰਫ ਭਗਵੰਤ ਮਾਨ ਨਾਲ ਨਹੀਂ ਹੋ ਰਿਹਾ ਦੋਸਤੋ, ਸਾਡੇ ਨਾਲ, ਲੋਕਾਂ ਨਾਲ, ਜਨਤਾ ਜਨਾਰਦਨ ਨਾਲ ਅਫਸਰਸ਼ਾਹੀ ਫਰਾਡ ਕਰ ਰਹੀ ਹੈ। ਐਜ਼ ਐਵੀਡੈਂਟ ਫਰੋਮ ਦਿਸ ਇਸ਼ੂ। ਇਸ ਇਸ਼ੂਸ ਤੇ ਤਾਂ ਬਿਲਕੁਲ ਹੀ ਸਾਬਿਤ ਹੈ। ਬਾਕੀ ਹੋਰ ਇਸ਼ੂਜ਼ ਸਾਹਮਣੇ ਆਉਣਗੇ, ਉਹਨਾਂ ਦਾ ਵੀ ਖੁਲਾਸਾ ਕਰਦੇ ਜਾਵਾਂਗੇ। ਪਰ ਜੋ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਜ਼ਿਲ੍ਹਾ ਉਹ ਜੋ ਕਰ ਰਿਹਾ ਹੈ, ਆਈ ਡੇਅਰ ਸੇ, ਗੁਸਤਾਖੀ ਮਾਫ, ਇਟ ਇਜ਼ ਅ ਫਰਾਡ। ਇਟਸ ਅ ਫਰਾਡ ਵਿਦ ਦ ਚੀਫ ਮਿਨਿਸਟਰ। ਨਾਓ ਆ ਟੇਕ ਸਾਡਾ ਕੀ ਮੰਨਣਾ, ਮੁੱਖ ਮੰਤਰੀ ਨੂੰ ਟਿੱਚ ਜਾਣ ਦੀ ਮੋਹਾਲੀ ਅਫਸਰਸ਼ਾਹੀ ਉੱਤੇ ਸਖਤ ਐਗਜ਼ੈਂਪਲਰੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਮਾਮਲੇ ਤੇ ਮੁੱਖ ਸਕੱਤਰ ਅਨੁਰਾਗ ਵਰਮਾ ਜੀ ਨੂੰ ਸੰਗਿਆਨ ਲੈਣਾ ਚਾਹੀਦਾ ਹੈ ਔਨ ਬਿਹਾਫ ਆਫ ਦ ਚੀਫ ਮਿਨਿਸਟਰ। ਪੁਆਇੰਟ ਨੰਬਰ 2, ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਰਾਹੀਂ ਜੋ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਅਫਸਰਸ਼ਾਹੀ ਕਰਦੀ ਹੈ ਉਹ ਦਰੁਸਤ ਹੋਵੇ, ਪੂਰੀ ਹੋਵੇ, ਅਧੂਰੀ ਨਾ ਹੋਵੇ। ਜੇ ਉਹਨਾਂ ਨੂੰ ਪੈਰਾਮੀਟਰਸ ਪੂਰੇ ਨਹੀਂ ਲੱਗਦੇ, ਦੇ ਸ਼ੁੱਡ ਬੀ ਬੋਲਡ ਇਨਫ, ਪੁੱਛਣ ਕਿ ਜੀ ਆਹ ਗੱਲਾਂ ਪੂਰੀਆਂ ਕਰ ਲਓ, ਨਹੀਂ ਸਰਕਾਰ ਦੀ ਨੈਗੇਟਿਵ ਪਬਲਿਸਿਟੀ ਹੋ ਸਕਦੀ ਹੈ, ਕਿੰਨਿਆਂ ਨੂੰ ਤੁਸੀਂ ਐਡਸ ਦੇ ਕੇ ਖੁਸ਼ ਕਰ ਲਓਗੇ। ਪਰ ਜੋ ਡਿਊਟੀ ਬਣਦੀ ਹੈ ਪਬਲਿਕ ਰਿਲੇਸ਼ਨ ਦੀ, ਉਹ ਨਿਪੁੰਨਤਾ ਨਾਲ ਨਿਭਾਉਣ, ਕਿਉਂਕਿ ਤੁਸੀਂ ਸਾਡੇ ਨੁਮਾਇੰਦੇ ਹੋ। ਪਬਲਿਕ ਰਿਲੇਸ਼ਨ ਡਿਪਾਰਟਮੈਂਟ ਰੀਪ੍ਰੈਜ਼ੈਂਟਸ ਮੀਡੀਆ ਪਰਸਨਸ। ਇੱਥੇ ਜੀ ਰਜਿੰਦਰ ਸਿੰਘ ਤੱਗੜ ਨੂੰ ਇਜਾਜ਼ਤ ਦੇ ਦਿਓ। ਖਬਰ ਦੀ ਹੁੰਦੀ ਹੈ ਸਮਾਪਤੀ ਤੇ ਫਿਰ ਇਸੇ ਵਿਸ਼ੇ ਨੂੰ ਚਲਾਵਾਂਗੇ ਅੱਗੇ। ਜ਼ਿਲ੍ਹਾ ਪ੍ਰਸ਼ਾਸਨ ਤੇ ਤਿੱਖੀ ਅੱਖ ਰੱਖਾਂਗੇ ਤੇ ਅਗਲੀ ਖਬਰ ਲੈ ਕੇ ਜਲਦ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।